उत्तराखंड ਵਿੱਚ ਬਰਫ਼ ਦੇ ਤੋਦੇ ਨਦੀ ਵਿੱਚ ਡਿੱਗੇ ਨੇ। ਬਹੁਤ ਵੱਡੀ ਤਬਾਹੀ ਮਚੀ ਹੈ। 150 ਤੋਂ ਵੱਧ ਲੋਕ ਗਾਇਬ ਨੇ। ਸਾਰਿਆਂ ਦੇ ਮਰਨ ਦਾ ਖਦਸ਼ਾ ਬਣਿਆ ਹੋਇਆ ਹੈ। ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਕਹਿ ਰਹੇ ਨੇ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਇੱਕ ਖਾਸ ਖੇਤਰ ਤੱਕ ਹੀ ਹੈ ਤੇ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ, ਪਰ ਹਾਲੇ ਕੋਈ ਸੱਦਾ ਨਹੀਂ ਭੇਜਿਆ ਗਿਆ। ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਚੜੂਨੀ ਦੀ ਹਾਜ਼ਰੀ ਵਿੱਚ ਹਰਿਆਣਾ ਦੇ ਭਵਾਨੀ ਵਿੱਚ ਮਹਾ ਪੰਚਾਇਤ ਹੋਈ। ਇਕੱਠ ਨੇ ਫੇਰ ਸਾਰੇ ਰਿਕਾਰਡ ਤੋੜ ਦਿੱਤੇ ਨੇ, ਪਰ ਪੰਜਾਬ ਤੋਂ ਇੱਕ ਬੀਜੇਪੀ ਲੀਡਰ ਸੁਰਜੀਤ ਜਾਨੀ ਕਹਿ ਰਹੇ ਨੇ ਕਿ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਜਲਦ ਖੁਲਾਸਾ ਕਰਾਂਗੇ। ਕਾਰੋਬਾਰੀ ਖੁਦਕੁਸ਼ੀ ਕਾਂਡ ਵਿੱਚ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਦੇ ਸਾਲੇ ਖਿਲਾਫ ਪਰਚਾ ਦਰਜ ਹੋਇਆ। ਸਪੈਸ਼ਲ ਨਿਊਜ਼ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ ਉੱਤਰਾਖੰਡ ਦੀ ਗੱਲ ਕਰਾਂਗੇ, ਜਿੱਥੋਂ ਬੜੀ ਦੁਖਦਾਈ ਖਬਰ ਆਈ ਹੈ। ਐਤਵਾਰ ਨੂੰ ਗਲੇਸ਼ੀਅਰ ਟੁੱਟਣ ਦੇ ਨਾਲ ਕਈ ਇਲਾਕੇ ਤਬਾਹ ਹੋ ਗਏ ਨੇ। ਉੱਤਰਾਖੰਡ ਦੇ ਵਿੱਚ ਪਹਿਲਾਂ ਵੀ ਇੱਕ ਵੱਡੀ ਤਰਾਸਦੀ ਆਈ ਸੀ, ਜਦੋਂ ਧਾਰਮਿਕ ਸਥਾਨਾਂ ਦੇ ਪਹੁੰਚੇ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਸੀ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਤਪੋਵਨ ਖੇਤਰ ਦੇ ਰਹਿਣੀ ਪਿੰਡ ਵਿੱਚ ਬਿਜਲੀ ਪ੍ਰੋਜੈਕਟ ਨੇੜੇ ਗਲੇਸ਼ੀਅਰ ਟੁੱਟਣ ਨਾਲ ਤਬਾਹੀ ਮਚ ਗਈ। ਤਬਾਹੀ ਵਿੱਚ ਕਈ ਲੋਕਾਂ ਦੇ ਰੁੜ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਸ ਦੱਸਦੀਆਂ ਨੇ ਕਿ 150 ਲੋਕ ਜਿਹੜੇ ਖਾਸ ਕਰਕੇ ਮਜ਼ਦੂਰ ਨੇ, ਉਹਨਾਂ ਦੇ ਲਾਪਤਾ ਹੋਣ ਦਾ ਖਦਸ਼ਾ। 3 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਗਲੇਸ਼ੀਅਰ ਟੁੱਟਣ ਨਾਲ ਧੌਲੀ ਗੰਗਾ ਨਦੀ ਦੇ ਵਿੱਚ ਹੜ੍ਹ ਆ ਗਿਆ। ਨਦੀ ਦੇ ਕਈ ਬੰਨ ਟੁੱਟਣ ਨਾਲ ਹੜ੍ਹ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਇਹਦੇ ਨਾਲ ਰਿਸ਼ੀ ਗੰਗਾ ਤੇ ਤਪੋਵਨ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਪਹੁੰਚਿਆ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਸਵੇਰੇ 9:30 ਤੋਂ 10 ਵਜੇ ਦੇ ਵਿਚਾਲੇ ਇਹ ਘਟਨਾ ਵਾਪਰੀ ਹੈ, ਜਿੱਥੇ ਕੰਮ ਅਧੀਨ ਬੰਨ ਨੂੰ ਨੁਕਸਾਨ ਪਹੁੰਚਿਆ। ਉੱਥੇ ਕੰਮ ਕਰ ਰਹੇ ਕਰਮੀਆਂ ਤੇ ਮਜ਼ਦੂਰਾਂ ਬਾਰੇ ਅਧਿਕਾਰਿਤ ਤੌਰ ਤੇ ਕੁਝ ਕਹਿਣਾ ਤਾਂ ਹਾਲੇ ਮੁਸ਼ਕਿਲ ਹੈ। ਪਾਣੀ ਦਾ ਵਹਾਅ ਚਮੋਲੀ ਤੱਕ ਪਹੁੰਚਦਿਆਂ ਕਾਫੀ ਘਟ ਗਿਆ। ਲੋਕਾਂ ਨੂੰ ਰਾਹ ਤੋਂ ਅਲਰਟ ਜਾਰੀ ਕਰਕੇ ਹਟਵਾ ਦਿੱਤਾ ਗਿਆ। ਇਹ ਕਿਹਾ ਹੈ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ। ਇਹ ਵੀ ਕਿਹਾ ਕਿ ਰਿਵਰ ਰਾਫਟਿੰਗ ਬੰਦ ਕਰਵਾ ਦਿੱਤੀ ਗਈ ਹੈ। ਟਹਿਰੀ ਬੰਨ ਤੋਂ ਪਾਣੀ ਰੋਕਣ ਨੂੰ ਕਿਹਾ ਗਿਆ। ਸ਼੍ਰੀਨਗਰ ਬੰਨ ਨੂੰ ਪਾਣੀ ਖੋਲ੍ਹਣ ਲਈ ਕਿਹਾ ਗਿਆ। ਗ੍ਰਹਿ ਮੰਤਰੀ ਨੇ ਪੂਰੇ ਸਹਿਯੋਗ ਦੀ ਗੱਲ ਕੀਤੀ ਹੈ। ANI ਦੇ ਮੁਤਾਬਿਕ ਉੱਤਰਾਖੰਡ ਦੇ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਕਿਹਾ ਕਿ ਹਾਦਸੇ ਦੌਰਾਨ 100 ਤੋਂ 150 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਵੀ ਜੋਸ਼ੀਮਠ ਰਵਾਨਾ ਹੋ ਚੁੱਕੀ ਹੈ। ਗਲੇਸ਼ੀਅਰ ਟੁੱਟਣ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦੇ ਲੋਕਾਂ ਨੂੰ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਤਰਾਖੰਡ ਵਿੱਚ ਵਾਪਰੀ ਦੁਖਦਾਈ ਘਟਨਾ ਨੂੰ ਲੈ ਕੇ ਡੂੰਘਾ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਉੱਤਰਾਖੰਡ ਦੇ ਲੋਕਾਂ ਦੇ ਨਾਲ ਪੰਜਾਬ ਖੜਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ ਹੈ, ਕਿਹਾ ਕਿ ਉੱਤਰਾਖੰਡ ਵਿੱਚ ਹਾਲਾਤ ਤੇ ਨਜ਼ਰ ਰੱਖੀ ਜਾ ਰਹੀ ਹੈ। ਮੋਦੀ ਨੇ ਲਿਖਿਆ ਕਿ ਭਾਰਤ ਉੱਤਰਾਖੰਡ ਦੇ ਨਾਲ ਹੈ। ਰਾਸ਼ਟਰ ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕਰ ਰਿਹਾ ਹੈ। ਸੀਨੀਅਰ ਅਧਿਕਾਰੀ ਨਾਲ ਅਸੀਂ ਲਗਾਤਾਰ ਸੰਪਰਕ ਵਿੱਚ ਹਾਂ। NDRF ਦੀ ਤੈਨਾਤੀ, ਬਚਾਅ ਕਾਰਜ ਤੇ ਰਾਹਤ ਕਾਰਜ ਵਿੱਚ ਅਪਡੇਟ ਲੈ ਰਹੇ ਹਾਂ। DGP ਅਸ਼ੋਕ ਕੁਮਾਰ ਨੇ ਕਿਹਾ ਕਿ ਹਾਲਾਤ ਹੁਣ ਕਾਬੂ ਵਿੱਚ ਲੱਗ ਰਹੇ ਨੇ, ਪਰ ਤਪੋਵਨ ਰੇਣੀ ਵਿੱਚ ਲੱਗਿਆ ਪੂਰਾ ਪਾਵਰ ਪ੍ਰੋਜੈਕਟ ਨਦੀ ਦੇ ਵਿੱਚ ਵਹਿ ਗਿਆ। ਭਾਰਤੀ ਸੈਨਾ ਦੇ ਅਧਿਕਾਰੀਆਂ ਦੇ ਮੁਤਾਬਿਕ ਸੈਨਾ ਦੇ 4 ਕਾਲਮ, 2 ਮੈਡੀਕਲ ਟੀਮਾਂ ਤੇ ਇੱਕ ਇੰਜੀਨੀਅਰਿੰਗ ਟਾਸਕ ਫੋਰਸ ਵੀ ਰੇਣੀ ਭੇਜੀ ਹੈ। ਸੈਨਾ ਹੈਲੀਕਾਪਟਰ ਵੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਇਸ ਔਖੇ ਵੇਲੇ ਮੋਦੀ ਸਰਕਾਰ ਉੱਤਰਾਖੰਡ ਦੀ ਜਨਤਾ ਦੇ ਨਾਲ ਮੋਢਾ ਮਿਲਾ ਕੇ ਖੜੀ ਹੈ। ਇੱਕ ਵੀਡੀਓ ਰਾਹੀਂ ਉਹਨਾਂ ਨੇ ਕਿਹਾ ਕਿ NDRF, ITBP ਤੇ SDRF ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਨੇ। ਹਵਾਈ ਸੈਨਾ ਨੂੰ ਵੀ ਅਲਰਟ ਤੇ ਰੱਖਿਆ ਗਿਆ। ਜੋਸ਼ੀਮਠ ਦੇ ਆਸੇ-ਪਾਸੇ ਇਹ ਵੱਡੀ ਘਟਨਾ ਵਾਪਰੀ ਹੈ। ਪਹਾੜ ਤੋਂ ਇੱਕ ਗਲੇਸ਼ੀਅਰ ਟੁੱਟ ਕੇ ਨਦੀ ਵਿੱਚ ਡਿੱਗਣ ਕਾਰਨ ਪਾਣੀ ਦਾ ਵਹਾਅ ਬਹੁਤ ਵੱਧ ਗਿਆ। 2 ਨਦੀਆਂ ਵਿੱਚ ਜਲ ਦਾ ਪੱਧਰ ਤੇਜ਼ੀ ਨਾਲ ਵਧਿਆ। ਕੁਝ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਵੀ ਸਾਨੂੰ ਮਿਲ ਰਹੀਆਂ ਨੇ। ਇਹ ਅਮਿਤ ਸ਼ਾਹ ਦਾ ਕਹਿਣਾ ਹੈ, ਕਿਹਾ ਕਿ ਇਸ ਸੰਕਟ ਵਿੱਚੋਂ ਉੱਤਰਾਖੰਡ ਦੇ ਲੋਕਾਂ ਨੂੰ ਕੱਢਣ ਲਈ ਅਸੀਂ ਸਾਰੇ ਯਤਨ ਕਰ ਰਹੇ ਹਾਂ। ਉੱਤਰਾਖੰਡ ਦਾ ਜੋਸ਼ੀਮਠ ਸਿੱਖ ਧਰਮ ਦੇ ਇਤਿਹਾਸ ਨਾਲ ਵੀ ਸੰਬੰਧ ਰੱਖਦਾ ਹੈ। ਜਦੋਂ ਸੰਗਤ ਉੱਤਰਾਖੰਡ ਦੇ ਵਿੱਚ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਂਦੀ ਹੈ ਤਾਂ ਕਾਫੀ ਪੜਾਅ ਆਉਂਦੇ ਨੇ। ਇਹਨਾਂ ਪੜਾਵਾਂ ਦੇ ਵਿੱਚ ਇੱਕ ਗੁਰਦੁਆਰਾ ਜੋਸ਼ੀਮਠ ਵੀ ਆਉਂਦਾ ਹੈ, ਜਿਹੜਾ ਕਿ ਹੇਮਕੁੰਟ ਸਾਹਿਬ ਦੇ ਰਾਹ ਵਿੱਚ ਜਾਣ ਵਾਲਾ ਇੱਕ ਪੜਾਅ ਹੈ। ਖਬਰ ਫਰੀਦਕੋਟ ਤੋਂ ਹੈ, ਜਿੱਥੋਂ ਦੇ ਨਰਾਇਣ ਨਗਰ ਦੇ ਕਾਰੋਬਾਰੀ ਵੱਲੋਂ ਖੁਦ ਤੇ ਆਪਣੇ ਪਰਿਵਾਰ ਨੂੰ ਗੋਲੀਆਂ ਮਾਰਨ ਦੇ ਮਾਮਲੇ ਵਿੱਚ ਸਿਟੀ ਪੁਲਿਸ ਫਰੀਦਕੋਟ ਨੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਲੇ ਡਿੰਪੀ ਵਿਨਾਇਕ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਿਕ ਡਿੰਪੀ ਵਿਨਾਇਕ ਕਰਨ ਕਟਾਰੀਆ ਨਾਲ ਕਥਿਤ ਤੌਰ ਤੇ 1 ਕਰੋੜ 20 ਲੱਖ ਦੀ ਹੇਰਾਫੇਰੀ ਕਰ ਗਿਆ ਸੀ ਤੇ ਉਸਦੇ ਕਾਰੋਬਾਰ 'ਚ ਅੜਿੱਕੇ ਡਾ ਰਿਹਾ ਸੀ। ਹਾਲਾਂਕਿ ਡਿੰਪੀ ਵਿਨਾਇਕ ਤੇ ਵਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਦੇ ਪਰਿਵਾਰ ਖਿਲਾਫ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਐਤਵਾਰ ਨੂੰ ਕਿਹਾ ਹੈ ਕਿ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਕਿਸਾਨਾਂ ਦਾ ਵਿਰੋਧ ਸਿਰਫ ਖਾਸ ਖੇਤਰ ਤੱਕ ਸੀਮਿਤ ਹੈ। ਰਾਜ ਸਭਾ ਦੇ ਵਿੱਚ ਵੀ ਪਰਸੋਂ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਸਿਰਫ ਇੱਕ ਸੂਬੇ ਦੇ ਲੋਕਾਂ ਨੂੰ ਪਰੇਸ਼ਾਨੀ ਹੈ, ਇੱਕ ਸੂਬੇ ਦੇ ਲੋਕ ਹੀ ਵਿਰੋਧ ਕਰ ਰਹੇ ਨੇ। ਹੁਣ ਵੀ ਖਾਸ ਖੇਤਰ ਤੱਕ ਕਹਿਣ ਦਾ ਉਹਨਾਂ ਦਾ ਮਤਲਬ ਹੈ ਜਿਹੜਾ ਉਹ ਪੰਜਾਬ ਹੀ ਨਿਕਲਦਾ ਹੈ। ਉਹਨਾਂ ਨੇ ਕਿਹਾ ਕਿ ਜਲਦੀ ਹੀ ਇਸ ਮੁੱਦੇ ਤੇ ਖੜੋਤ ਹੈ ਜਿਹੜੀ ਉਹ ਟੁੱਟ ਜਾਏਗੀ। ਮੱਧ ਪ੍ਰਦੇਸ਼ ਪਹੁੰਚੇ ਹੋਏ ਸੀ ਖੇਤੀਬਾੜੀ ਮੰਤਰੀ। ਇੱਥੇ ਤੋਮਰ ਨੇ ਕਾਂਗਰਸ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਤੋਮਰ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਇੱਕ ਖਾਸ ਇਲਾਕੇ ਤੱਕ ਹੀ ਸੀਮਿਤ ਹੈ। ਸਰਕਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ। ਮੈਂ ਉਮੀਦ ਕਰਦਾ ਕਿ ਅਸੀਂ ਬਹੁਤ ਜਲਦੀ ਇਸ ਖੜੋਤ ਨੂੰ ਤੋੜਨ ਦੇ ਯੋਗ ਹੋਵਾਂਗੇ। ਸੋ ਖੇਤੀਬਾੜੀ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਪਰ ਹਾਲੇ ਤੱਕ ਕਿਸਾਨ ਲੀਡਰਾਂ ਨੂੰ ਕੋਈ ਵੀ ਰਸਮੀ ਜਾਂ ਫਿਰ ਗੈਰ ਰਸਮੀ ਤੌਰ ਤੇ ਗੱਲਬਾਤ ਦਾ ਸੱਦਾ ਨਹੀਂ ਪਹੁੰਚਿਆ। ਪਰ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਜਲਦੀ ਇਸ ਖੜੋਤ ਨੂੰ ਤੋੜਾਂਗੇ, ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਗੱਲਬਾਤ ਦੀ ਪੇਸ਼ਕਸ਼ ਕਿਸਾਨ ਲੀਡਰਾਂ ਨੂੰ ਭੇਜੇ। ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰ ਤੇ ਬੰਦ ਕੀਤੀਆਂ ਇੰਟਰਨੈਟ ਸੇਵਾਵਾਂ ਦੇਰ ਰਾਤ ਬਹਾਲ ਹੋ ਗਈਆਂ ਨੇ। 26 ਜਨਵਰੀ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਅੰਦੋਲਨ ਦੇ ਵਿੱਚ ਬਿਜਲੀ, ਪਾਣੀ ਤੇ ਇੰਟਰਨੈਟ ਦੀ ਸਹੂਲਤ ਲਗਾਤਾਰ ਬੰਦ ਕੀਤੀ ਜਾ ਰਹੀ ਸੀ। ਹਰਿਆਣਾ ਸਰਕਾਰ ਨੇ ਵੀ 29 ਜਨਵਰੀ ਤੋਂ ਲਗਾਤਾਰ ਇੰਟਰਨੈਟ ਬੰਦ ਕੀਤਾ ਹੋਇਆ ਸੀ। ਸਿੰਘੂ ਬਾਰਡਰ ਤੋਂ ਤਾਜ਼ਾ ਅਪਡੇਟ ਹੈ ਜਿਹੜੀ ਉਹ ਇਹੀ ਹੈ ਕਿ ਸਿੰਘੂ ਬਾਰਡਰ ਤੇ ਵੀ ਹੁਣ ਨੈਟਵਰਕ ਚੱਲ ਰਿਹਾ ਹੈ। ਹਾਲਾਂਕਿ ਅੱਜ ਪੂਰਾ ਦਿਨ ਇਹ ਖਬਰਾਂ ਮਿਲਦੀਆਂ ਰਹੀਆਂ ਕਿ ਕਿਸੇ ਕੰਪਨੀ ਦਾ ਨੈਟਵਰਕ ਉੱਥੇ ਚੱਲ ਰਿਹਾ ਸੀ, ਕਿਸੇ ਦਾ ਨਹੀਂ, ਪਰ ਹੁਣ ਇੰਟਰਨੈਟ ਪੂਰੀ ਤਰ੍ਹਾਂ ਦੇ ਨਾਲ ਬਹਾਲ ਹੋ ਚੁੱਕਿਆ ਹੈ। ਕੱਲ ਯਾਨੀ ਕਿ 6 ਫਰਵਰੀ ਨੂੰ ਕਿਸਾਨਾਂ ਨੇ ਦੇਸ਼ ਵਿਆਪੀ ਚੱਕਾ ਜਾਮ ਦਾ ਸੱਦਾ ਦਿੱਤਾ ਸੀ, ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਸੁਰੱਖਿਆ ਸਖਤ ਕੀਤੀ ਗਈ ਸੀ। ਕਿਸਾਨਾਂ ਦਾ ਸ਼ਾਂਤਮਈ ਚੱਕਾ ਜਾਮ ਕੱਲ 3 ਘੰਟੇ 'ਚ ਖਤਮ ਹੋ ਗਿਆ ਸੀ, ਪਰ ਦਿੱਲੀ ਪੁਲਿਸ ਹਾਲੇ ਵੀ ਪਹਿਰਿਆਂ ਦੇ ਉੱਤੇ ਹੈ। ਦਿੱਲੀ ਦੇ ਵਿੱਚ 50,000 ਸੁਰੱਖਿਆ ਬਲਾਂ ਦੀ ਗਿਣਤੀ ਵਧਾਈ ਗਈ ਸੀ ਕੱਲ, ਤੇ ਅੱਜ ਵੀ ਦਿੱਲੀ ਦੇ ਵਿੱਚ ਉਸੇ ਤਰ੍ਹਾਂ ਪੁਲਿਸ ਪਹਿਰਿਆਂ ਦੇ ਉੱਤੇ ਲੱਗੀ ਹੋਈ ਹੈ। ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮੀ ਤੇ ਸੁਰੱਖਿਆ ਬਲਾਂ ਦੇ ਕਰਮੀ ਤੈਨਾਤ ਨੇ। ਕਿਸਾਨ ਲੀਡਰਾਂ ਦੇ ਵੱਲੋਂ ਮਹਾ ਪੰਚਾਇਤਾਂ ਦਾ ਲਗਾਤਾਰ ਆਯੋਜਨ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਭਵਾਨੀ ਦੇ ਵਿੱਚ ਅੱਜ ਇੱਕ ਹੋਰ ਮਹਾ ਪੰਚਾਇਤ ਬੁਲਾਈ ਗਈ, ਜਿਸ ਦੇ ਵਿੱਚ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ ਖਾਸ ਤੌਰ ਤੇ ਪਹੁੰਚੀ। ਇੱਥੇ ਵੀ ਕਿਸਾਨਾਂ ਦੇ ਵੱਡੇ ਇਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ। ਮਹਾ ਪੰਚਾਇਤ ਦੇ ਵਿੱਚ ਹਿੰਦੀ ਵਿੱਚ ਇੱਕ ਮਹਿੰਦਰ ਸਾਥੀ ਜੀ ਦੀ ਲਿਖੀ ਹੋਈ ਕਵਿਤਾ ਗਾਈ ਗਈ ਹੈ। ਉਸ ਦੀਆਂ ਜਿਹੜੀਆਂ ਤੁਕਾਂ ਹੈਗੀਆਂ ਨੇ ਬਹੁਤ ਹੀ ਪ੍ਰਸਿੱਧ ਨੇ। ਅਸੀਂ ਪੰਜਾਬੀ 'ਚ ਤੁਹਾਨੂੰ ਬੋਲ ਕੇ ਸੁਣਾਵਾਂਗੇ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਮਿਲੂ ਮਨਸੂਰ ਨੂੰ ਸੂਲੀ, ਜ਼ਹਿਰ ਸੁਕਰਾਤ ਦੇ ਹਿੱਸੇ ਪਊਗਾ ਜ਼ੁਲਮ ਸੰਗ ਖਹਿਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਹਰਿਆਣਾ ਦੇ ਭਵਾਨੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡੀ ਮਹਾ ਪੰਚਾਇਤ ਦੇ ਵਿੱਚ ਵੱਡਾ ਲੋਕਾਂ ਦਾ ਠਾਠਾ ਮਾਰਦਾ ਇਕੱਠ ਜੁੜਿਆ, ਸਾਬਿਤ ਕਰ ਗਿਆ ਕਿ ਲੋਕਾਂ ਦਾ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਰੋਹ ਕਿੰਨਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਬਹੁਤ ਸਾਰੇ ਢੰਗ ਤਰੀਕੇ ਵਰਤ ਕੇ ਇਸ ਅੰਦੋਲਨ ਨੂੰ ਫੇਲ ਕਰਨ ਦੇ ਵਿੱਚ ਲੱਗੀ ਹੋਈ ਹੈ, ਤੇ ਸਾਰਿਆਂ ਨੂੰ ਸੁਚੇਤ ਕੀਤਾ ਹੈ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਸਾਜ਼ਿਸ਼ਾਂ ਘੜ ਰਹੀ ਹੈ, ਉਸ ਤੋਂ ਸਾਰਿਆਂ ਨੂੰ ਸਾਨੂੰ ਅਵੇਅਰ ਰਹਿਣ ਦੀ ਲੋੜ ਹੈ, ਜਾਗਰੂਕ ਰਹਿਣ ਦੀ ਲੋੜ ਹੈ। ਸਾਨੂੰ ਸਾਰੀਆਂ ਸਾਜ਼ਿਸ਼ਾਂ ਖਿਲਾਫ ਕੱਲੇ ਕਿਸਾਨ ਨੂੰ ਸੁਚੇਤ ਰਹਿਣਾ ਪਵੇਗਾ, ਤਾਂ ਜੋ ਕਿਸਾਨੀ ਅੰਦੋਲਨ ਵਿੱਚ ਕਿਸਾਨ ਏਕਤਾ ਕਿਸੇ ਵੀ ਤਰੀਕੇ ਨਾਲ ਕਿਸੇ ਬਦਨਾਮੀ ਦਾ ਸ਼ਿਕਾਰ ਨਾ ਹੋ ਜਾਵੇ। ਇਸ ਦੌਰਾਨ ਕਿਸਾਨਾਂ ਵਿੱਚ ਜੋਸ਼ ਭਰਨ ਦੇ ਲਈ ਕ੍ਰਾਂਤੀਕਾਰੀ ਕਵਿਤਾਵਾਂ ਗਾਈਆਂ ਗਈਆਂ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਤੇ ਵਿਦੇਸ਼ੀ ਹਸਤੀਆਂ ਦੇ ਟਵੀਟ ਤੇ ਟਿੱਪਣੀ ਕੀਤੀ ਹੈ। ਕਿਹਾ ਕਿ ਉਹ ਲੋਕ ਸਾਡੇ ਇਸ ਮਸਲੇ ਬਾਰੇ ਬਹੁਤਾ ਜ਼ਿਆਦਾ ਜਾਣਦੇ ਨਹੀਂ। ਇਹ ਵੀ ਦਾਅਵਾ ਕੀਤਾ ਕਿ ਕੁਝ ਹਸਤੀਆਂ ਨੇ ਕੁਝ ਕਾਰਨਾਂ ਕਰਕੇ ਅਜਿਹੇ ਮੁੱਦਿਆਂ ਬਾਰੇ ਰਾਏ ਜ਼ਾਹਿਰ ਕੀਤੀ ਹੈ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ। ਇਸੇ ਕਰਕੇ ਵਿਦੇਸ਼ ਮੰਤਰਾਲੇ ਨੂੰ ਆਪਣੀ ਸਟੇਟਮੈਂਟ ਜਾਰੀ ਕਰਨੀ ਪਈ। ਜੈ ਸ਼ੰਕਰ ਨੇ ਦਾਅਵਾ ਕੀਤਾ ਕਿ ਟੂਲ ਕਿਟ ਦੀ ਜਾਂਚ ਵਿੱਚ ਸਾਨੂੰ ਬਹੁਤ ਕੁਝ ਪਤਾ ਲੱਗਿਆ ਤੇ ਵੱਧ ਹੋਰ ਜਾਣਕਾਰੀਆਂ ਮਿਲਣ ਦਾ ਇੰਤਜ਼ਾਰ ਹੈ। ਦਿੱਲੀ ਪੁਲਿਸ ਨੇ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਵੱਲੋਂ ਟਵੀਟ ਦੇ ਵਿੱਚ ਸਾਂਝੀ ਕੀਤੀ ਗਈ ਇੱਕ ਪ੍ਰੋਟੈਸਟ ਟੂਲ ਕਿਟ ਨੂੰ ਲੈ ਕੇ FIR ਦਰਜ ਕੀਤੀ ਹੈ। ਦਿੱਲੀ ਪੁਲਿਸ ਨੇ FIR ਟੂਲ ਕਿਟ ਬਣਾਉਣ ਵਾਲਿਆਂ ਦੇ ਖਿਲਾਫ ਦਰਜ ਕੀਤੀ ਹੈ, ਯਾਨੀ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਹਾਲੇ ਇਹ ਜਿਹੜੀ FIR ਹੈ ਦਰਜ ਕੀਤੀ ਗਈ ਹੈ। ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਸਾਨੂੰ ਕਾਫੀ ਕੁਝ ਪਤਾ ਲੱਗਿਆ ਟੂਲ ਕਿਟ ਦੀ ਜਾਂਚ ਵਿੱਚ, ਪਰ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਕਿ ਪਤਾ ਕੀ ਲੱਗਿਆ। ਕੈਨੇਡਾ ਤੋਂ ਆਪਣਾ ਕੰਮਕਾਜ ਚਲਾ ਰਹੀ ਪੋਇਟਿਕ ਜਸਟਿਸ ਫਾਊਂਡੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਦਾ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਗਤੀਵਿਧੀਆਂ ਨਾਲ ਕੋਈ ਤਾਲੁਕ ਨਹੀਂ ਹੈ, ਨਾ ਹੀ ਕੌਮਾਂਤਰੀ ਪੱਧਰ ਦੀਆਂ ਹਸਤੀਆਂ ਵੱਲੋਂ ਕੀਤੇ ਟਵੀਟਾਂ ਦੇ ਵਿੱਚ ਉਹਨਾਂ ਦੀ
ਜਥੇਬੰਦੀ ਦੀ ਕੋਈ ਭੂਮਿਕਾ ਹੈ। ਟਾਈਮਸ ਆਫ ਇੰਡੀਆ ਦੀ ਵੈਬਸਾਈਟ ਦੇ ਮੁਤਾਬਿਕ ਉਹਨਾਂ ਨੇ ਕਿਹਾ ਹੈ ਕਿ ਰਿਹਾਨਾ, ਗ੍ਰੇਟਾ ਥਨਬਰਗ ਦਾ ਜਾਂ ਕਿਸੇ ਹੋਰ ਹਸਤੀ ਨੂੰ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਨ ਲਈ ਅਸੀਂ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਦਿੱਲੀ ਪੁਲਿਸ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਵੱਲੋਂ ਭਾਰਤੀ ਕਿਸਾਨਾਂ ਦੇ ਅੰਦੋਲਨ ਦੇ ਸੰਬੰਧ ਵਿੱਚ ਸਾਂਝੀ ਕੀਤੀ ਗਈ ਟੂਲਕਿਟ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਵੱਲੋਂ FIR ਵਿੱਚ ਕਿਸੇ ਵਿਅਕਤੀ ਜਾਂ ਜਥੇਬੰਦੀ ਦਾ ਨਾਂ ਤਾਂ ਨਹੀਂ ਸ਼ਾਮਿਲ ਕੀਤਾ ਗਿਆ, ਪਰ ਇਸ਼ਾਰਾ ਕੀਤਾ ਗਿਆ ਕਿ ਇਸ ਟੂਲਕਿਟ ਦਾ ਸੰਬੰਧ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ ਨਾਲ ਹੈ ਤੇ ਉਸ ਫਾਊਂਡੇਸ਼ਨ ਨੇ ਹੁਣ ਆਪਣੀ ਸਟੇਟਮੈਂਟ ਜਾਰੀ ਕੀਤੀ ਹੈ। ਦਿੱਲੀ ਦੇ ਮੋਰਚਿਆਂ ਵਿੱਚ ਹਰਿਆਣਾ ਅਤੇ ਪੰਜਾਬ ਦੇ 2 ਹੋਰ ਕਿਸਾਨ ਸ਼ਹੀਦ ਹੋ ਗਏ ਨੇ। ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ 52 ਸਾਲਾਂ ਦੇ ਕਿਸਾਨ ਕਰਮਵੀਰ ਨੇ ਟਿੱਕਰੀ ਬਾਰਡਰ ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਕਰਮਵੀਰ ਨੇ ਸੁਸਾਈਡ ਨੋਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ। ਇਸ ਦੇ ਨਾਲ ਹੀ ਜ਼ਿਲ੍ਹਾ ਮੋਗਾ ਦੇ ਪਿੰਡ ਧੂਰਕੋਟ ਦੇ 60 ਸਾਲਾ ਕਿਸਾਨ ਸੁਖਮਿੰਦਰ ਸਿੰਘ ਦੀ ਵੀ ਟਿੱਕਰੀ ਬਾਰਡਰ ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਨਿਹਾਲ ਸਿੰਘ ਵਾਲਾ ਦਾ ਪ੍ਰਧਾਨ ਸੀ। ਧਰਨੇ ਤੇ ਮੌਜੂਦ ਕਿਸਾਨ ਸਾਥੀਆਂ ਨੇ ਇਲਾਜ ਲਈ ਹਸਪਤਾਲ ਵੀ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੁਖਮਿੰਦਰ ਸਿੰਘ ਦੀਆਂ 2 ਲੜਕੀਆਂ ਵਿਆਹੀਆਂ ਹੋਈਆਂ ਨੇ ਤੇ ਪੁੱਤਰ ਵੀ 22 ਸਾਲ ਦਾ ਹੈ। ਪੰਜਾਬ ਦੇ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਲੋਕਲ ਬਾਡੀਜ਼ ਚੋਣਾਂ ਦੇ ਵਿੱਚ ਟਰੈਕਟਰ ਉੱਤੇ ਬੈਠੇ ਕਿਸਾਨ ਦੀ ਤਸਵੀਰ ਵਾਲੇ ਚੋਣ ਨਿਸ਼ਾਨ ਦੀ ਮੰਗ ਸਭ ਤੋਂ ਵੱਧ ਉਮੀਦਵਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਦ ਟ੍ਰਿਬਿਊਨ ਦੀ ਖਬਰ ਦੇ ਮੁਤਾਬਿਕ ਇਸ ਚੋਣ ਨਿਸ਼ਾਨ ਦੀ ਬਹੁਤ ਸਾਰੇ ਆਜ਼ਾਦ ਉਮੀਦਵਾਰ ਮੰਗ ਕਰ ਰਹੇ ਨੇ, ਯਾਨੀ ਕਿ ਉਹਨਾਂ ਨੂੰ ਚੋਣ ਨਿਸ਼ਾਨ ਚਾਹੀਦਾ ਹੈ ਟਰੈਕਟਰ ਤੇ ਬੈਠਾ ਕਿਸਾਨ। ਉਮੀਦਵਾਰਾਂ ਨੂੰ ਉਮੀਦ ਹੈ ਕਿ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਦਿਖਾਉਣ ਵਾਲੇ ਵੋਟਰ ਟਰੈਕਟਰ ਚਲਾ ਰਹੇ ਕਿਸਾਨ ਦਾ ਬਟਨ ਜ਼ਰੂਰ ਦਬਾਉਣਗੇ। ਮੋਹਾਲੀ ਵਿੱਚ 23, ਆਦਮਪੁਰ ਵਿੱਚ 12, ਹੁਸ਼ਿਆਰਪੁਰ 'ਚ 25 ਤੇ ਹੋਰ ਥਾਵਾਂ ਤੇ ਵੀ ਆਜ਼ਾਦ ਉਮੀਦਵਾਰਾਂ ਨੇ ਇਸੇ ਚੋਣ ਨਿਸ਼ਾਨ ਦੀ ਮੰਗ ਚੋਣ ਕਮਿਸ਼ਨ ਤੋਂ ਕੀਤੀ ਹੈ। ਕਿਸਾਨਾਂ ਦੇ ਸਮਰਥਨ ਦੇ ਵਿੱਚ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਲੋਕ ਆ ਕੇ ਖੜੇ ਹੋਏ ਨੇ। ਕਿਸਾਨਾਂ ਦੇ ਹਰ ਐਕਸ਼ਨ ਨੂੰ ਜ਼ਬਰਦਸਤ ਹੁੰਗਾਰਾ ਮਿਲਦਾ ਹੈ। ਕੱਲ੍ਹ ਵਾਲਾ ਚੱਕਾ ਜਾਮ ਵੀ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ। ਅੱਜ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਉਸ ਦੇ ਵਿੱਚ ਵੀ ਰਿਕਾਰਡ ਤੋੜ ਇਕੱਠ ਦੇਖਣ ਨੂੰ ਮਿਲਿਆ ਹੈ। ਪਰ ਬੀਜੇਪੀ ਤੋਂ ਪੰਜਾਬ ਦੇ ਇੱਕ ਲੀਡਰ ਸੁਰਜੀਤ ਜਿਆਣੀ ਕਹਿ ਰਹੇ ਨੇ ਕਿ ਦੇਸ਼ ਭਰ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਹੈ ਜਿਹੜਾ ਉਹਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਤੇ ਜਲਦ ਇਸ ਦਾ ਅਸੀਂ ਖੁਲਾਸਾ ਕਰਾਂਗੇ। ਚੱਕਾ ਜਾਮ ਤੇ ਖਾਸ ਤੌਰ ਤੇ ਸੁਰਜੀਤ ਕੁਮਾਰ ਜਿਆਣੀ ਨੇ ਬਿਆਨ ਦਿੱਤਾ ਹੈ, ਕਹਿੰਦੇ ਕਿਸਾਨ ਭੋਲਾ ਭਾਲਾ ਹੈ ਪਰ ਇਹਨਾਂ ਦੇ ਪਿੱਛੇ ਵੱਡੀਆਂ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆਂ ਨੇ ਤੇ ਇਹਨਾਂ ਦਾ ਜਲਦੀ ਖੁਲਾਸਾ ਹੋਵੇਗਾ ਤੇ ਆਮ ਲੋਕਾਂ ਨੂੰ ਸਮਝ ਆ ਜਾਏਗੀ ਕਿ ਇਹ ਕਾਨੂੰਨ ਠੀਕ ਨੇ ਤੇ ਕੁਝ ਲੋਕ ਹੀ ਇਸ ਦੇ ਪਿੱਛੇ ਕੰਮ ਕਰ ਰਹੇ ਨੇ। 26 ਜਨਵਰੀ ਦੇ ਹਾਦਸੇ ਤੇ ਮੁੜ ਸੁਰਜੀਤ ਜਿਆਣੀ ਬੋਲੇ ਨੇ ਨਿੰਦਿਆ ਕੀਤੀ ਹੈ ਤੇ ਕਿਹਾ ਕਿ 26 ਜਨਵਰੀ ਦੇ ਟਰੈਕਟਰ ਮਾਰਚ ਦੇ ਸਮਰਥਨ ਵਿੱਚ ਸਿਆਸੀ ਪਾਰਟੀਆਂ ਸਨ। JDU ਯਾਨੀ ਕਿ ਜਨਤਾ ਦਲ ਯੂਨਾਈਟਿਡ ਦੇ ਕੌਮੀ ਜਨਰਲ ਸਕੱਤਰ KC ਤਿਆਗੀ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ 3 ਖੇਤੀਬਾੜੀ ਕਾਨੂੰਨਾਂ ਬਾਰੇ ਚੱਲ ਰਹੀ ਲੜਾਈ ਤੋਂ ਬਚਣ ਲਈ ਕਾਨੂੰਨਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਸੰਵਿਧਾਨਕ ਦਰਜਾ ਦੇਣ ਦਾ ਫਾਰਮੂਲਾ ਲਾਗੂ ਕਰਨਾ ਚਾਹੀਦਾ ਹੈ। JDU BJP ਗੱਠਜੋੜ ਬਿਹਾਰ ਦੇ ਵਿੱਚ ਸੱਤਾਧਾਰੀ ਹੈ। ਉਹਨਾਂ ਕਿਹਾ ਕਿ ਨਾ ਹੀ ਸਰਕਾਰ ਤੇ ਨਾ ਹੀ ਕਿਸਾਨ ਜਥੇਬੰਦੀਆਂ ਨੂੰ ਇਸ ਨੂੰ ਆਪਣੀ ਵਕਾਰ ਦਾ ਸਵਾਲ ਬਣਾਉਣਾ ਚਾਹੀਦਾ ਹੈ। ਜਦੋਂ ਦੋਵੇਂ ਵਕਾਰ ਦਾ ਸਵਾਲ ਨਹੀਂ ਬਣਾਉਣਗੇ ਤਾਂ ਹੀ ਕੋਈ ਰਾਹ ਨਿਕਲੇਗਾ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਜੋ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਉਸ ਦਾ ਕਿਸਾਨ ਜਥੇਬੰਦੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ। ਇਹ ਕਹਿਣਾ ਹੈ KC ਤਿਆਗੀ ਦਾ। ਕਹਿੰਦੇ ਸਰਕਾਰ ਨੇ 1.5 ਸਾਲ ਲਈ ਕਾਨੂੰਨਾਂ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਹੈ ਜਿਹੜਾ ਕਿ ਇੱਕ ਸ਼ਲਾਘਾਯੋਗ ਕਦਮ ਹੈ। MSP ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਵੀ ਬਿਲਕੁਲ ਜਾਇਜ਼ ਹੈ। ਸੋ KC ਤਿਆਗੀ ਕਹਿੰਦੇ ਨੇ ਕਿ ਖੇਤੀ ਕਾਨੂੰਨਾਂ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਜਾਵੇ ਤੇ MSP ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ। ਇਹ ਹੀ ਸਮੱਸਿਆ ਦਾ ਹੱਲ ਹੈ, ਇਹਦੇ ਨਾਲ ਹੀ ਕੋਈ ਗੱਲ ਬਣ ਸਕਦੀ ਹੈ। ਪਰ ਉਹਨਾਂ ਨੇ ਰੱਦ ਕਰਨ ਦਾ ਬਿਆਨ ਨਹੀਂ ਦਿੱਤਾ। ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਭਾਰਤੀ ਕ੍ਰਿਕਟਰ ਅਤੇ ਭਾਰਤ ਰਤਨ ਸਚਿਨ ਤੇਂਦੁਲਕਰ ਅਤੇ ਗਾਇਕਾ ਲਤਾ ਮੰਗੇਸ਼ਕਰ ਦੇ ਟਵੀਟ ਤੇ ਪ੍ਰਤੀਕਿਰਿਆ ਦਿੱਤੀ ਹੈ। ਇਹਨਾਂ 2 ਹਸਤੀਆਂ ਦੇ ਟਵੀਟ ਦੇ ਉੱਤੇ ਖਾਸ ਤੌਰ ਤੇ ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਦੋਵਾਂ ਨੂੰ ਟਵੀਟ ਕਰਨ ਲਈ ਨਹੀਂ ਕਹਿਣਾ ਚਾਹੀਦਾ ਸੀ। ਆਪਣੇ ਮਕਸਦ ਦੀ ਪੂਰਤੀ ਲਈ ਸਰਕਾਰ ਅਜਿਹੇ ਲੋਕਾਂ ਦਾ ਇਸਤੇਮਾਲ ਨਹੀਂ ਕਰ ਸਕਦੀ। ਇਹ ਕੰਮ ਅਕਸ਼ੇ ਕੁਮਾਰ ਨੂੰ ਕਰਨ ਦਿਓ, ਪਰ ਭਾਰਤ ਰਤਨ ਕੋਲੋਂ ਇਹ ਕੰਮ ਨਹੀਂ ਕਰਵਾਉਣਾ ਚਾਹੀਦਾ। ਰਾਜ ਠਾਕਰੇ ਨੇ ਇੱਕ ਹੋਰ ਟਵੀਟ ਕੀਤਾ, ਕਿਹਾ ਕਿ ਲਤਾ ਮੰਗੇਸ਼ਕਰ ਤੇ ਸਚਿਨ ਇੱਕੋ ਵਾਰ ਜਨਮ ਲੈਂਦੇ ਨੇ। ਕਿਸੇ ਵੀ ਸਰਕਾਰ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਹਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਹ ਸਧਾਰਨ ਦਿਲ ਦੇ ਮਾਲਕ ਨੇ ਪਰ ਇਹਨਾਂ ਦੇ ਯੋਗਦਾਨ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਇਸ ਲਈ ਇਹਨਾਂ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਹੈ। ਇੱਕ ਹੋਰ ਟਵੀਟ ਕੀਤਾ ਰਾਜ ਠਾਕਰੇ ਨੇ, ਕਿਹਾ ਕਿ ਰਿਹਾਨਾ ਦੇ ਇੱਕ ਟਵੀਟ ਨਾਲ ਸਰਕਾਰ ਹਿੱਲ ਗਈ। ਰਿਹਾਨਾ ਕੌਣ ਹੈ? ਉਹ ਸਾਡੇ ਦੇਸ਼ ਦੇ ਕੰਮ 'ਚ ਦਖਲ ਨਹੀਂ ਦੇ ਰਹੀ। ਜੇ ਇਸ ਤਰ੍ਹਾਂ ਹੈ ਤਾਂ ਅਗਲੀ ਵਾਰੀ ਟਰੰਪ ਸਰਕਾਰ ਵਾਲਾ ਭਾਸ਼ਣ ਵੀ ਉਚਿਤ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਮੁੱਦੇ ਨੂੰ ਸੁਲਝਾਏ, ਫਾਲਤੂ ਗੱਲਾਂ ਨਾ ਕਰੇ।
ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ, ਗੁਰਦਾਸਪੁਰ, ਫਿਰੋਜ਼ਪੁਰ, ਸੰਗਰੂਰ ਅਤੇ ਤਲਵਾੜਾ ਸਥਿਤ ਰੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲ 9 ਫਰਵਰੀ ਤੋਂ ਮੁੜ ਖੋਲ੍ਹਣ ਦਾ ਫੈਸਲਾ ਲਿਆ। ਸਿੰਗਲਾ ਨੇ ਦੱਸਿਆ ਕਿ ਕੋਰੋਨਾ ਕਾਰਨ ਮੈਰੀਟੋਰੀਅਸ ਸਕੂਲ ਕੋਵਿਡ ਕੇਅਰ ਸੈਂਟਰਾਂ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਸੀ, ਪਰ ਹੁਣ ਹਾਲਾਤ ਸੁਧਰ ਗਏ ਨੇ ਤੇ ਹੁਣ ਮੁੜ ਤੋਂ ਇਹ ਸਕੂਲ ਖੁੱਲ੍ਹਣਗੇ। 11ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਪਿਛਲੇ ਸਾਲ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰੀਖਿਆ ਨਹੀਂ ਕਰਵਾਈ ਗਈ ਸੀ ਤੇ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 11ਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਇੱਕ ਮੌਕਾ ਦੇਣ ਦਾ ਫੈਸਲਾ ਸਰਕਾਰ ਨੇ ਲਿਆ, ਜਿਸ ਤਹਿਤ ਇਹਨਾਂ ਵਿਦਿਆਰਥੀਆਂ ਨੂੰ 2021-22 ਸੈਸ਼ਨ ਲਈ 12ਵੀਂ ਜਮਾਤ ਵਿੱਚ ਮੈਰਿਟ ਦੇ ਆਧਾਰ ਤੇ ਦਾਖਲਾ ਦਿੱਤਾ ਜਾਏਗਾ ਤੇ 9 ਫਰਵਰੀ ਨੂੰ ਇਹ ਸਕੂਲ ਮੁੜ ਤੋਂ ਖੁੱਲ੍ਹ ਜਾਣਗੇ। ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ, ਸਿੱਖਿਆ ਕਰਮੀਆਂ ਤੇ ਵਲੰਟੀਅਰਾਂ ਦੇ ਲਈ 2021-22 ਲਈ ਆਮ ਬਦਲੀਆਂ ਵਾਸਤੇ ਅਰਜ਼ੀਆਂ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ। ਇਹਨਾਂ ਦੇ ਲਈ ਨਿਰਧਾਰਿਤ ਬਦਲੀਆਂ ਦੀ ਨੀਤੀ 2019 ਦੇ ਆਧਾਰ ਉੱਤੇ 6 ਤੋਂ 13 ਫਰਵਰੀ ਤੱਕ ਪੋਰਟਲ ਖੋਲ੍ਹ ਦਿੱਤਾ ਗਿਆ, ਯਾਨੀ ਕਿ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੇ ਲਈ ਸਰਕਾਰ ਨੇ, ਸਿੱਖਿਆ ਵਿਭਾਗ ਨੇ ਆਨਲਾਈਨ ਪੋਰਟਲ ਖੋਲ੍ਹ ਦਿੱਤਾ, ਜਿੱਥੇ 6 ਤੋਂ 13 ਫਰਵਰੀ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। 2021-22 ਦੀਆਂ ਬਦਲੀਆਂ ਦੇ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ, ਪਰ ਇਹ ਬਦਲੀਆਂ 10 ਅਪ੍ਰੈਲ 2021 ਜਾਂ ਫਿਰ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਲਾਗੂ ਹੋਣਗੀਆਂ। ਸੋ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਸਾਰੇ ਕਰਮਚਾਰੀਆਂ ਦੇ ਲਈ ਇਹ ਜ਼ਰੂਰੀ ਖਬਰ ਹੈ। ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਨਵੀਂ ਨੀਤੀ ਦੇ ਤਹਿਤ ਨਵੇਂ ਵਾਹਨ ਦੀ ਖਰੀਦ ਕਰਦੇ ਸਮੇਂ ਜਿਹੜੇ ਲੋਕ ਆਪਣੇ ਪੁਰਾਣੇ ਤੇ ਪ੍ਰਦੂਸ਼ਿਤ ਵਾਹਨਾਂ ਨੂੰ ਸਕ੍ਰੈਪ ਕਰਾਰ ਦੇਣਗੇ, ਉਹਨਾਂ ਨੂੰ ਸਰਕਾਰ ਕਈ ਲਾਭ ਦੇਵੇਗੀ। ਇਸ ਨੀਤੀ ਨੂੰ ਬਹੁਤ ਵਧੀਆ ਦੱਸਦਿਆਂ ਗਡਕਰੀ ਨੇ ਕਿਹਾ ਕਿ ਇਹਦੇ ਨਾਲ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਵਾਹਨ ਉਦਯੋਗ ਦਾ ਕਾਰੋਬਾਰ 30% ਵੱਧ ਕੇ 10 ਲੱਖ ਕਰੋੜ ਰੁਪਏ ਹੋ ਜਾਏਗਾ। ਨੀਤੀ ਮੁਤਾਬਿਕ ਨਿੱਜੀ ਵਾਹਨਾਂ ਦਾ 20 ਸਾਲ ਤੇ ਕਮਰਸ਼ੀਅਲ ਵਾਹਨਾਂ ਦਾ 15 ਸਾਲ ਬਾਅਦ ਫਿਟਨੈਸ ਟੈਸਟ ਵੀ ਹੋਏਗਾ ਤੇ ਉਹਨਾਂ ਕਿਹਾ ਕਿ ਜਲਦੀ ਹੀ ਅਸੀਂ ਇਸ ਨੀਤੀ ਦਾ ਵੇਰਵਾ ਜਾਰੀ ਕਰਾਂਗੇ। ਜੇ ਕੋਈ ਸਕ੍ਰੈਪ ਨੀਤੀ ਤੇ ਅਮਲ ਨਹੀਂ ਕਰਦਾ ਤਾਂ ਉਸ ਤੇ ਹੋਰ ਟੈਕਸ ਲਾਏ ਜਾਣਗੇ, ਪਰ ਜੇ ਤੁਸੀਂ ਸਕ੍ਰੈਪ ਨੀਤੀ ਦੀ ਪਾਲਣਾ ਕਰਦੇ ਹੋਏ ਆਪਣੀਆਂ ਪੁਰਾਣੀਆਂ ਗੱਡੀਆਂ ਨੂੰ ਜਾਂ ਫਿਰ ਪ੍ਰਦੂਸ਼ਿਤ ਵਾਹਨਾਂ ਨੂੰ ਸਕ੍ਰੈਪ ਕਰਾਰ ਦਿਓਗੇ ਤਾਂ ਸਰਕਾਰ ਤੁਹਾਨੂੰ ਬਹੁਤ ਸਾਰੇ ਲਾਭ ਦੇਵੇਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ ਕੋਵਿਡ-19 ਟੈਕਸ ਜਾਂ ਸੈਸ ਲਾਉਣ ਬਾਰੇ ਕਦੇ ਨਹੀਂ ਸੋਚਿਆ। ਐਤਵਾਰ ਨੂੰ ਯਾਨੀ ਕਿ ਅੱਜ ਮੁੰਬਈ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਤਾਰਮਨ ਨੇ ਇਹ ਗੱਲ ਕਹੀ ਕਿ ਮੈਨੂੰ ਨਹੀਂ ਪਤਾ ਕਿ ਕੋਵਿਡ-19 ਟੈਕਸ ਜਾਂ ਸੈਸ ਲਾਉਣ ਦੀ ਚਰਚਾ ਮੀਡੀਆ ਵਿੱਚ ਕਿਵੇਂ ਸ਼ੁਰੂ ਹੋ ਗਈ। ਸਾਡੇ ਕੋਲ ਅਜਿਹਾ ਵਿਚਾਰ ਕਦੇ ਨਹੀਂ ਸੀ। ਕੇਂਦਰੀ ਰਿਜ਼ਰਵ ਪੁਲਿਸ ਫੋਰਸ ਯਾਨੀ ਕਿ CRPF ਦੀਆਂ 34 ਮਹਿਲਾ ਮੁਲਾਜ਼ਮਾਂ ਦਾ ਪਹਿਲਾ ਜਥਾ ਜੰਗਲ ਵਾਰਫੇਅਰ ਕਮਾਂਡੋ ਫੋਰਸ ਦੀ ਕੋਬਰਾ ਯੂਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ, ਯਾਨੀ ਕਿ CRPF ਦੀ ਕੋਬਰਾ ਕਮਾਂਡੋ ਯੂਨਿਟ ਦੇ ਵਿੱਚ ਪਹਿਲਾ ਮਹਿਲਾ ਦਸਤਾ ਸ਼ਾਮਲ ਕੀਤਾ ਗਿਆ। ਇਸ ਦਸਤੇ ਨੂੰ ਛੇਤੀ ਹੀ ਦੇਸ਼ ਦੀ ਨਕਸਲ ਵਿਰੋਧੀ ਆਪਰੇਸ਼ਨਾਂ ਸੰਬੰਧੀ ਗ੍ਰਿਡ ਵਿੱਚ ਤੈਨਾਤ ਕੀਤਾ ਜਾਏਗਾ। ਇੰਟੈਲੀਜੈਂਸ ਆਧਾਰਿਤ ਜੰਗਲ ਯੁੱਧ ਆਪਰੇਸ਼ਨਾਂ ਤਹਿਤ ਦ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ ਕੋਬਰਾ ਦੀ ਸਥਾਪਨਾ 2009 ਦੇ ਵਿੱਚ ਕੀਤੀ ਗਈ ਸੀ। ਇਸ ਸੰਬੰਧ ਵਿੱਚ ਰਸਮੀ ਸਮਾਗਮ ਪਿੰਡ ਕਦਰਪੁਰ ਦੇ ਵਿੱਚ ਕੀਤਾ ਗਿਆ, ਜਿੱਥੇ ਹਾਜ਼ਰ CRPF ਦੇ ਡਾਇਰੈਕਟਰ ਜਨਰਲ AP ਮਹੇਸ਼ਵਰੀ ਨੇ ਚੁਣੇ ਗਏ ਮਹਿਲਾ ਦਸਤੇ ਦੀ ਡਰਿਲ ਦੇਖੀ। ਉਹਨਾਂ ਕਿਹਾ ਕਿ ਲਿੰਗ ਆਧਾਰਿਤ ਵਿਸ਼ਵਾਸਾਂ ਅਤੇ ਰੂੜੀਵਾਦ ਨੂੰ ਹਰਾਉਣ ਦੇ ਲਈ ਇਹ ਬਹੁਤ ਜ਼ਰੂਰੀ ਸੀ। ਨਿਊਯਾਰਕ ਸਟੇਟ ਅਸੈਂਬਲੀ ਨੇ ਮਤਾ ਪਾਸ ਕੀਤਾ ਹੈ, ਜਿਹਦੇ ਵਿੱਚ ਗਵਰਨਰ ਐਂਡਰਿਊ ਕੁਓਮੋ ਨੂੰ 5 ਫਰਵਰੀ ਨੂੰ ਕਸ਼ਮੀਰ ਅਮਰੀਕੀ ਦਿਵਸ ਐਲਾਨਣ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਭਾਰਤ ਵੱਲੋਂ ਇਸ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਗਈ ਹੈ, ਯਾਨੀ ਕਿ ਨਿਊਯਾਰਕ ਸਟੇਟ ਅਸੈਂਬਲੀ ਨੇ ਕਸ਼ਮੀਰ ਮਤਾ ਪਾਸ ਕੀਤਾ ਹੈ ਤਾਂ ਭਾਰਤ ਨੇ ਨਿਖੇਧੀ ਕੀਤੀ ਹੈ। ਭਾਰਤ ਨੇ ਕਿਹਾ ਕਿ ਲੋਕਾਂ ਨੂੰ ਵੰਡਣ ਲਈ ਜੰਮੂ ਕਸ਼ਮੀਰ ਦੇ ਅਮੀਰ ਸੱਭਿਆਚਾਰਕ ਤੇ ਸਮਾਜਿਕ ਹਾਲਾਤ ਨੂੰ ਸਵਾਰਥੀ ਹਿੱਤਾਂ ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਹ ਮਤਾ ਮੈਂਬਰ ਨਾਦਿਰ ਸਈਦ ਨੇ 12 ਹੋਰ ਮੈਂਬਰਾਂ ਵੱਲੋਂ ਸਪਾਂਸਰ ਕੀਤਾ, ਜਿਹਦੇ ਵਿੱਚ ਕਿਹਾ ਗਿਆ ਕਿ ਕਸ਼ਮੀਰੀ ਭਾਈਚਾਰੇ ਨੇ ਸਾਰੀਆਂ ਮੁਸੀਬਤਾਂ ਨੂੰ ਦਰਕਿਨਾਰ ਕਰਕੇ ਦ੍ਰਿੜ ਇਰਾਦਿਆਂ ਦੇ ਨਾਲ ਆਪਣੇ ਆਪ ਨੂੰ ਨਿਊਯਾਰਕ ਦੇ ਪਾਸੀ ਭਾਈਚਾਰਿਆਂ ਦੇ ਥੰਮ ਵਜੋਂ ਸਥਾਪਿਤ ਕੀਤਾ। ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਨਿਊਯਾਰਕ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਦਾ ਹੈ। ਕੈਲੀਫੋਰਨੀਆ ਸੂਬੇ ਵਿੱਚ ਸੂਬਾ ਸਰਕਾਰ ਨੇ ਧਾਰਮਿਕ ਸਥਾਨਾਂ ਯਾਨੀ ਕਿ ਚਰਚਾਂ ਦੇ ਵਿੱਚ ਸਖਤ ਨਿਯਮ ਲਾਗੂ ਕੀਤੇ ਸੀ ਕਰੋਨਾ ਮਹਾਮਾਰੀ ਦੇ ਚੱਲਦਿਆਂ, ਤੇ ਹੁਣ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇਰ ਰਾਤ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਕੈਲੀਫੋਰਨੀਆ ਸੂਬੇ ਦੀ ਇੰਡੋਰ ਚਰਚ ਸੇਵਾਵਾਂ ਤੇ ਲੱਗੀਆਂ ਕੁਝ ਪਾਬੰਦੀਆਂ ਨੂੰ ਰੋਕ ਦਿੱਤਾ। ਇਸ ਮਾਮਲੇ ਵਿੱਚ ਸੈਨ ਡਾਇਗੋ ਨੇੜੇ 600 ਸੀਟਾਂ ਵਾਲੇ ਸਾਊਥ ਬੇ ਯੂਨਾਈਟਿਡ
ਯੂਨਾਈਟਿਡ ਪੈਂਟੇਕੋਸਟਲ ਚਰਚ ਅਤੇ 1250 ਸੀਟਾਂ ਵਾਲੀ ਹਾਰਵੈਸਟ ਰਾਕ ਚਰਚ ਨੇ ਇੱਕ ਬੇਨਤੀ ਰਾਹੀਂ ਸੂਬੇ ਦੇ ਕੁਝ ਹਿੱਸਿਆਂ ਵਿੱਚ ਚਰਚਾਂ ਵਿਚਲੀਆਂ ਸਾਰੀਆਂ ਇੰਡੋਰ ਸੇਵਾਵਾਂ ਤੇ ਪਾਬੰਦੀਆਂ ਲਾਗੂ ਕਰਦੇ ਨਿਯਮਾਂ ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ ਤੇ ਸੁਪਰੀਮ ਕੋਰਟ ਨੇ ਕੁਝ ਕਰੋਨਾ ਨਿਯਮ ਇਹਨਾਂ ਚਰਚਾਂ ਵਿੱਚੋਂ ਹਟਾ ਦਿੱਤੇ ਨੇ। 6-3 ਦੀ ਬਹੁਗਿਣਤੀ ਦੇ ਫੈਸਲੇ ਨੇ ਸੂਬੇ ਨੂੰ ਕਰੋਨਾ ਵਾਇਰਸ ਦੇ ਫੈਲਣ ਨਾਲ ਸੰਬੰਧਿਤ ਅੰਦਰੂਨੀ ਸੇਵਾਵਾਂ ਤੇ ਰੋਕ ਲਾਉਣ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ। ਪਰ ਇਹਦੇ ਨਾਲ ਹੀ ਅਦਾਲਤ ਨੇ ਅੰਦਰੂਨੀ ਸੇਵਾਵਾਂ ਵਿੱਚ ਇਮਾਰਤ ਦੇ ਆਕਾਰ ਦੇ ਆਧਾਰ ਉੱਤੇ ਲੋਕਾਂ ਨੂੰ ਖੜੇ ਹੋਣ ਦੀ ਆਗਿਆ ਦੇਣ ਦੇ ਨਾਲ ਭਜਨ ਆਦਿ ਗਾਉਣ ਤੇ ਰੋਕ ਲਾਉਣ ਦੇ ਵੀ ਅਧਿਕਾਰ ਦਿੱਤੇ ਨੇ। ਅਗਲੀ ਖਬਰ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਨਾਲ ਜੁੜੀ ਹੋਈ ਹੈ। ਰਿਹਾਨਾ ਨੇ ਜਦੋਂ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਹੈ, ਆਵਾਜ਼ ਬੁਲੰਦ ਕੀਤੀ ਹੈ, ਉਦੋਂ ਤੋਂ ਰਿਹਾਨਾ ਭਾਰਤ ਦੇ ਵਿੱਚ ਕਾਫੀ ਸੁਰਖੀਆਂ ਬਟੋਰ ਰਹੀ ਹੈ। ਅਮਰੀਕੀ ਪੌਪ ਸਟਾਰ ਰਿਹਾਨਾ ਦੀ ਬਿਊਟੀ ਕੰਪਨੀ ਦੇ ਖਿਲਾਫ ਕੌਮੀ ਬਾਲ ਸੁਰੱਖਿਆ ਕਮਿਸ਼ਨ ਦੇ ਕੋਲ ਸ਼ਿਕਾਇਤ ਦੇ ਕੇ ਮੰਗ ਕੀਤੀ ਗਈ ਹੈ ਕਿ ਇਸ ਗੱਲ ਦੀ ਪੜਤਾਲ ਕੀਤੀ ਜਾਵੇ ਕਿ ਕੀ ਉਸ ਦੀ ਕੰਪਨੀ ਝਾਰਖੰਡ ਤੋਂ ਮੀਕਾ ਦਰਾਮਦ ਕਰਦੀ ਹੈ, ਜਿੱਥੇ ਕਿ ਬਾਲ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਹੈ। ਇਹ ਸ਼ਿਕਾਇਤ ਲੀਗਲ ਰਾਈਟਸ ਆਬਜ਼ਰਵੇਟਰੀ ਦੇ ਵੱਲੋਂ ਦਾਇਰ ਕੀਤੀ ਗਈ ਹੈ। ਆਪਣੀ ਸ਼ਿਕਾਇਤ ਵਿੱਚ ਉਹਨਾਂ ਨੇ ਕਮਿਸ਼ਨ ਦੇ ਚੇਅਰਪਰਸਨ ਨੂੰ ਅਪੀਲ ਕੀਤੀ ਹੈ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ ਕੀ ਰਿਹਾਨਾ ਦੀ ਕਾਸਮੈਟਿਕ ਪ੍ਰੋਡਕਟ ਕੰਪਨੀ ਫੈਂਟੀ ਬਿਊਟੀ ਝਾਰਖੰਡ ਦੇ ਕੋਡੇਰਮਾ, ਗਿਰੀਦੀ ਤੇ ਨਵਾਦਾ ਤੋਂ ਮੀਕਾ ਪਦਾਰਥ ਖਰੀਦਦੀ ਹੈ ਜਾਂ ਨਹੀਂ ਤੇ ਕੀ ਉਸ ਕੋਲ ਸਪਲਾਈ ਚੇਨ ਕਲੀਅਰੈਂਸ ਸਰਟੀਫਿਕੇਟ ਹੈ ਜਾਂ ਫਿਰ ਨਹੀਂ। ਉਹਨਾਂ ਕਿਹਾ ਕਿ ਜੇਕਰ ਕੰਪਨੀ ਕੋਲ ਸਰਟੀਫਿਕੇਟ ਨਹੀਂ ਹੈ ਤਾਂ ਫਿਰ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦਰਅਸਲ ਝਾਰਖੰਡ ਵਿੱਚ ਮੀਕਾ ਪਾਊਡਰ ਦੇ ਧੰਦੇ ਵਿੱਚ ਬਾਲ ਮਜ਼ਦੂਰਾਂ ਤੋਂ ਕੰਮ ਲੈਣ ਦੇ ਦੋਸ਼ ਲੱਗਦੇ ਰਹਿੰਦੇ ਨੇ। ਮੀਕਾ ਪਾਊਡਰ ਅਸਲ ਵਿੱਚ ਕੁਦਰਤੀ ਪੱਥਾਂ ਦਾ ਬਰੀਕ ਪੀਸਿਆ ਚਮਕੀਲਾ ਪਾਊਡਰ ਹੈ। ਜਦੋਂ ਮੀਕਾ ਪਾਊਡਰ ਪੱਥਰ ਨੂੰ ਪੀਸ ਕੇ ਬਣਾਇਆ ਜਾਂਦਾ ਤਾਂ ਇਹ ਬਹੁਤ ਚਮਕਦਾਰ ਹੋ ਜਾਂਦਾ ਹੈ ਤੇ ਕਈ ਰੰਗਾਂ ਦੇ ਵਿੱਚ ਮਿਲਦਾ ਹੈ। ਸਪੈਸ਼ਲ ਨਿਊਜ਼ ਬੁਲੇਟਿਨ ਦੇ ਵਿੱਚ ਜਾਂਦੇ ਇੱਕ ਖਬਰ ਸੰਗਰੂਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਸਿੱਖਿਆ ਮੰਤਰੀ ਦੀ ਕੋਠੀ ਵੱਲ ਵੱਧ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਹੈ। ਲਾਠੀਚਾਰਜ ਕੀਤਾ ਪੁਲਿਸ ਨੇ। ਖਿੱਚ-ਧੂਹ ਦੇ ਕਾਰਨ 4 ਅਧਿਆਪਕ ਜ਼ਖਮੀ ਹੋਏ ਨੇ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸੰਗਰੂਰ ਵਿੱਚ ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਤੇ ਪੁਲਿਸ ਦੇ ਵਿਚਕਾਰ ਚੰਗੀ ਖਾਸੀ ਝੜਪ ਹੋਣ ਦੀ ਖਬਰ ਮਿਲੀ ਹੈ, ਜਿਸ ਕਾਰਨ ਬੇਰੁਜ਼ਗਾਰ ਅਧਿਆਪਕਾਂ ਸਣੇ 4 ਅਧਿਆਪਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਅਧਿਆਪਕਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਰੀਬ 35 ਦਿਨਾਂ ਤੋਂ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਰੁਜ਼ਗਾਰ ਦੀ ਮੰਗ ਲਈ ਡੀਸੀ ਕੰਪਲੈਕਸ ਮੂਹਰੇ ਪੱਕਾ ਮੋਰਚਾ ਲਾ ਕੇ ਬੈਠੇ ਨੇ ਤੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੇ ਅੱਜ ਦੇ ਉਲੀਕੇ ਪ੍ਰੋਗਰਾਮ ਦੇ ਤਹਿਤ ਪੰਜਾਬ ਭਰ ਤੋਂ ਸੈਂਕੜੇ ਬੇਰੁਜ਼ਗਾਰ ਅਧਿਆਪਕ ਡੀਸੀ ਕੰਪਲੈਕਸ ਮੂਹਰੇ ਪੱਕੇ ਮੋਰਚੇ ਵਾਲੀ ਥਾਂ ਤੇ ਇਕੱਠੇ ਹੋਏ, ਜਿੱਥੋਂ ਰੋਸ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਪਹੁੰਚੇ। ਜਿਵੇਂ ਹੀ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਪੁਲਿਸ ਬੈਰੀਕੇਡ ਪੱਟਦਿਆਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਝੜਪ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਸੁੱਟ ਦਿੱਤੇ ਤੇ ਕਰੀਬ ਅੱਧੀ ਦਰਜਨ ਪ੍ਰਦਰਸ਼ਨਕਾਰੀ ਅੱਗੇ ਵਧ ਗਏ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ। ਪੁਲਿਸ ਨਾਲ ਖਿੱਚ-ਧੂਹ ਤੇ ਝੜਪ ਦੌਰਾਨ ਰਣਜੀਤ ਕੌਰ ਮਾਨਸਾ ਸੰਗਰੂਰ ਤੋਂ, ਜੀਵਨ ਕੇ ਦੀਪ ਤਰਨਤਾਰਨ ਤੋਂ ਤੇ ਇੱਕ ਹੋਰ ਸਾਥੀ ਜ਼ਖਮੀ ਹੋ ਗਏ, ਜਿਨ੍ਹਾਂ 'ਚ ਇੱਕ ਦੇ ਮੂੰਹ ਤੇ ਸੱਟਾਂ ਲੱਗੀਆਂ, ਇੱਕ ਦੇ ਹੱਥ ਤੇ ਸੱਟ ਲੱਗੀ ਹੈ। ਰਣਜੀਤ ਕੌਰ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ। ਪ੍ਰਦਰਸ਼ਨਕਾਰੀ ਚਾਹੁੰਦੇ ਸੀ ਕਿ ਅੱਜ ਹੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਉਹਨਾਂ ਦੀ ਮੀਟਿੰਗ ਕਰਵਾ ਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ, ਜਿਸ ਦੌਰਾਨ ਇਹ ਸਾਰੀ ਝੜਪ ਹੋਈ। ਸਪੈਸ਼ਲ ਨਿਊਜ਼ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।